जलालपुर शुरू कित्थों होया सी ते अज जो MLA बन चुके ने की कहानी है उन्हां दी ते इस दे पिछे जिहड़ी शराब दी फैक्ट्री चल रही है उहदी किस दी शहद ते फैक्ट्री चलदी सी। जो भी इत्थे भावें जायज़ काम होवे भावें नजायज़ काम होवे किसी भी हलके विच होवे उत्थे दा ਜ਼ਿੰਮੇਵਾਰ ਜਿਹੜਾ ਹੁੰਦਾ ਉਹ ਹਲਕੇ ਦਾ ਵਿਧਾਇਕ ਹੁੰਦਾ ਹੈ। ਥਾਣਾ ਸ਼ੰਭੂ ਹੈ, ਜੜ ਦੇ ਵਿੱਚ ਹੈ ਫੈਕਟਰੀ ਤੇ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਲੱਗਿਆ। ਕੋਈ ਵੀ ਆਪਾਂ ਛੋਟੀ ਮੋਟੀ ਵੀ ਫੈਕਟਰੀ ਲਾਉਨੇ ਆ ਤਾਂ ਉਹਨੂੰ ਚਲਾਉਣ ਵਾਸਤੇ ਆਪਾਂ ਨੂੰ ਕਮ ਤੇ ਕਮ 6 ਮਹੀਨੇ ਲੱਗ ਜਾਂਦੇ ਨੇ। ਜਲਾਲਪੁਰ ਸਾਹਿਬ ਠੇਕੇਦਾਰ ਤੋਂ MLA ਤੱਕ ਕਿਵੇਂ ਪਹੁੰਚ ਗਏ, ਕਿਵੇਂ ਉਹਨਾਂ ਦਾ ਬਿਜ਼ਨਸ ਤੁਸੀਂ ਕਹਿੰਦੇ ਹੋ ਕਿ ਕਾਫੀ ਹੱਦ ਤੱਕ ਵੱਧ ਗਿਆ, ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਹੈ ਤੁਹਾਡੇ ਵਿਰੋਧੀ ਨੇ ਕਿ ਸ਼ੰਭੂ ਏਰੀਏ ਦੇ ਵਿੱਚ ਲੁੱਕ ਦਾ ਵੀ ਕੰਮ ਚੱਲ ਰਿਹਾ ਹੈ ਔਰ ਜਿਹੜਾ ਤੇਲ ਹੈ ਉਹਦਾ ਵੀ ਕੰਮ ਚੱਲ ਰਿਹਾ ਹੈ ਔਰ ਆ ਫੈਕਟਰੀ ਦਾ ਤਾਂ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਕੋਟਾਂ ਵੇਲੇ ਵੀ ਜਿਹੜੀ ਸ਼ਰਾਬ ਕੋਈ ਨਕਲੀ ਜਾਂ ਮਤਲਬ ਕਿ ਇਦਾਂ ਅੰਗਰੇਜ਼ੀ ਸ਼ਰਾਬ ਦਿੱਤੀ ਜਾਂਦੀ ਸੀ। ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਇਲੈਕਸ਼ਨ ਲੜ ਰਹੇ ਸੀ ਮੈਨੂੰ ਬੜੇ ਲੋਕਾਂ ਨੇ ਫੋਨ ਕੀਤਾ ਸੀ ਕਿ MLA ਸਾਹਿਬ ਕੰਨੀ ਤੋਂ ਅੰਗਰੇਜ਼ੀ ਸ਼ਰਾਬ ਵੰਡੀ ਜਾ ਰਹੀ ਹੈ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜਿਹੜੀ ਸ਼ਰਾਬ ਹੈ ਇਹ ਇਸੇ ਫੈਕਟਰੀ ਦੀ ਸੀ। ਜਿਹੜਾ ਮਾਈਨਿੰਗ ਦਾ GM ਸੀ ਉਹਨਾਂ ਨੂੰ ਵੀ ਬਹੁਤ ਕੁੱਟਿਆ ਸੀ। ਟਿਕਟ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਬੰਦਾ MLA ਸਾਹਿਬ ਦਾ ਖਾਸਮ ਖਾਸ ਹੁੰਦਾ ਹੈ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੌਲਾ ਜਿਹੜਾ ਹੈ ਉਹ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਤੋਂ ਪੈ ਰਿਹਾ ਹੈ ਕਿ ਪਟਿਆਲਾ ਦੇ ਨਜ਼ਦੀਕ ਜਿਹੜਾ ਆ ਘਨੌਰ ਦੇ ਵਿੱਚ ਇੱਕ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ। MLA ਮਦਨ ਲਾਲ ਜਲਾਲਪੁਰ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦਾ ਨਾਂ ਬੋਲਦਾ ਹੈ ਕਿ ਉਹਨਾਂ ਦੀ ਸ਼ਹਿ ਦੇ ਉੱਤੇ ਜਿਹੜਾ ਅਮਰੀਕ ਸਿੰਘ ਸਰਪੰਚ ਕਾਂਗਰਸੀ ਹੈ ਉਸ ਨੇ ਮਿਲੀ ਭੁਗਤ ਕਰਕੇ ਇਹ ਫੈਕਟਰੀ ਜਿਹੜੀ ਹੈ ਉਹ ਚਲਾ ਰਿਹਾ ਸੀਗਾ। ਇਸ ਸਭ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜਲਾਲਪੁਰ ਸਾਹਿਬ ਦਾ ਰਿਐਕਸ਼ਨ ਅਸੀਂ ਲੈ ਚੁੱਕੇ ਹਾਂ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿਹੜੇ ਨੇ ਘਨੌਰ ਤੋਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਤੋਂ ਜਾਣਾਂਗੇ ਕਿ ਜਲਾਲਪੁਰ ਸ਼ੁਰੂ ਕਿੱਥੋਂ ਹੋਇਆ ਸੀ ਤੇ ਅੱਜ ਜੋ MLA ਬਣ ਚੁੱਕੇ ਨੇ ਕੀ ਕਹਾਣੀ ਹੈ ਉਹਨਾਂ ਦੀ ਤੇ ਇਸ ਦੇ ਪਿੱਛੇ ਜਿਹੜੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ ਉਹਦੀ ਕਿਸ ਦੀ ਸ਼ਹਿਦ ਤੇ ਫੈਕਟਰੀ ਚੱਲਦੀ ਸੀ। ਮੈਡਮ ਤੁਹਾਡਾ ਸਵਾਗਤ ਹੈ D5 ਚੈਨਲ ਦੇ ਸਾਰੇ ਦਰਸ਼ਕਾਂ ਨੂੰ, ਹਲਕਾ ਘਨੌਰ ਦੇ ਸਮੂਹ ਨਿਵਾਸੀਆਂ ਨੂੰ ਔਰ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਮੈਮ ਦੱਸੋ ਕਿ ਜਿਹੜੀ ਸ਼ਰਾਬ ਦੀ ਫੈਕਟਰੀ ਹੈ ਜਿਹੜੀ ਚੱਲਦੀ ਸੀ ਜਲਾਲਪੁਰ ਸਾਹਿਬ ਦਾ ਨਾਂ ਬੋਲਦਾ ਉਹਦੇ ਵਿੱਚ ਤੁਹਾਡੇ ਵਿਰੋਧੀ ਨੇ, ਇੱਥੋਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਦੇਖੋ ਜਲਾਲਪੁਰ ਸਾਹਿਬ ਭਾਵੇਂ ਮੇਰੇ ਵਿਰੋਧੀ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਜੋ ਵੀ ਇੱਥੇ ਭਾਵੇਂ ਜਾਇਜ਼ ਕੰਮ ਹੋਵੇ ਭਾਵੇਂ ਨਜਾਇਜ਼ ਕੰਮ ਹੋਵੇ ਕਿਸੇ ਵੀ ਹਲਕੇ ਵਿੱਚ ਹੋਵੇ ਉੱਥੇ ਦਾ ਜ਼ਿੰਮੇਵਾਰ ਜਿਹੜਾ ਹੁੰਦਾ ਉਹ ਹਲਕੇ ਦਾ ਵਿਧਾਇਕ ਹੁੰਦਾ ਹੈ। ਹਲਕੇ ਦੇ ਵਿਧਾਇਕ ਤੋਂ ਬਗੈਰ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਸਕਦਾ। ਮੈਂ ਤਾਂ ਇਹ ਗੱਲ ਨਹੀਂ ਕਿ ਪੱਤਾ ਨਹੀਂ ਹਿੱਲ ਸਕਦਾ ਹੈਗਾ। ਮੈਂ ਇਸ ਗੱਲ ਤੇ ਹੈਰਾਨ ਹੋ ਰਹੀ ਹਾਂ ਕਿ ਥਾਣਾ ਸ਼ੰਭੂ ਹੈ, ਜੜ ਦੇ ਵਿੱਚ ਹੈ ਫੈਕਟਰੀ ਤੇ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਲੱਗਿਆ। ਅੱਜ MLA ਸਾਹਿਬ ਕਹਿ ਰਹੇ ਨੇ ਵੀ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ, ਪਰ ਤੁਸੀਂ ਆਪ ਸਿਆਣੇ ਹੋ ਵੀ ਉਹਨਾਂ ਤੋਂ ਬਗੈਰ ਇਹ ਫੈਕਟਰੀ ਕਿਵੇਂ ਚੱਲ ਸਕਦੀ ਹੈ। ਇੱਕ ਹੋਰ ਕਹਿ ਰਹੇ ਨੇ ਵੀ ਜਿਹੜੀ ਇਹ ਫੈਕਟਰੀ ਹੈ ਵੀ ਇਹ ਤਾਂ ਲੋਕਡਾਊਨ ਦੇ ਵਿੱਚ ਲੱਗੀ ਹੈ, ਪਰ ਇੱਕ ਗੱਲ ਦੱਸੋ, ਜਦੋਂ ਕੋਈ ਵੀ ਆਪਾਂ ਛੋਟੀ ਮੋਟੀ ਵੀ ਫੈਕਟਰੀ ਲਾਉਨੇ ਆ ਤਾਂ ਉਹਨੂੰ ਚਲਾਉਣ ਵਾਸਤੇ ਆਪਾਂ ਨੂੰ ਕਮ ਤੇ ਕਮ 6 ਮਹੀਨੇ ਲੱਗ ਜਾਂਦੇ ਨੇ। ਪਰ ਇਹੋ ਜਿਹੀਆਂ ਜਿਹੜੀ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਨੇ ਜੇ ਤੁਸੀਂ ਸੋਚੋ ਤਾਂ ਇਹਨਾਂ ਵਾਸਤੇ ਪਰਮਿਸ਼ਨਾਂ ਲੈਣ ਵਾਸਤੇ ਕਿੰਨਾ ਸਮਾਂ ਲੱਗਣਾ ਸੀ। ਹੁਣ ਜੇ ਕਹਿ ਦਿੰਦੇ ਨੇ ਵੀ ਲੋਕਡਾਊਨ 'ਚ ਲੱਗੀ ਆ, ਤੁਸੀਂ ਦੇਖੋ ਵੀ ਜਿਹੜੀ ਮਸ਼ੀਨਰੀ ਹੈ ਉਹ ਫਿੱਟ ਕਰਨੀ ਆ, ਉਹਦੇ ਵਿੱਚ ਬੰਦੇ ਵੀ ਐਡਜਸਟ ਕਰਨੇ ਨੇ। ਇਹ 10-15 ਦਿਨ ਦਾ ਕੰਮ ਨਹੀਂ ਹੈਗਾ, ਇਹ ਤਾਂ ਕਮ ਤੇ ਕਮ 2 ਸਾਲ ਦਾ ਕੰਮ ਹੈ ਜਿਹੜਾ ਇਹ ਸ਼ੁਰੂ ਹੋਇਆ ਵਾ ਸੀ। ਪਰ ਇਹ ਜਿਹੜਾ ਪ੍ਰਸ਼ਾਸਨ ਹੈ ਇਹ MLA ਸਾਹਿਬ ਦੇ ਨਾਲ ਰਲਿਆ ਹੋਇਆ, ਉਹਨਾਂ ਤੋਂ ਡਰਦੇ ਸੀ, ਇਸ ਕਰਕੇ ਕਿਸੇ ਨੇ ਇਸ ਕੰਨੀ ਧਿਆਨ ਨਹੀਂ ਦਿੱਤਾ। ਕਿਉਂਕਿ ਜਿਹੜੇ ਲੋਕ ਨੇ ਹਲਕਾ ਘਨੌਰ ਦੇ ਜਿਹੜੇ ਵਰਕਰ ਨੇ ਜਾਂ ਕੋਈ ਉੱਥੋਂ ਦੇ ਨਿਵਾਸੀ ਨੇ ਉਹਨਾਂ ਉੱਤੇ MLA ਸਾਹਿਬ ਦੇ ਬੰਦਿਆਂ ਨੇ ਇੰਨਾ ਰੋਹਬ ਪਾਇਆ ਹੋਇਆ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਸੀ। ਜੇ ਕੋਈ ਵੀ ਮਾੜਾ ਜਿਹਾ ਬੋਲਦਾ ਸੀ
ਉਹਨਾਂ ਦੇ ਉੱਤੇ ਫੱਟ ਦੇ ਕੇ ਪਰਚਾ ਦਾ ਹੋ ਜਾਂਦੇ ਸੀ। ਇਸ ਕਰਕੇ ਕੋਈ ਲੋਕ ਇਹਨਾਂ ਤੋਂ ਡਰਦਾ ਬੋਲਦਾ ਨਹੀਂ ਸੀ ਹੈਗਾ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਲਾਕੇ 'ਚ ਹਲਕੇ 'ਚ ਕੋਈ ਨਜਾਇਜ਼ ਕੰਮ ਹੁੰਦਾ ਹੈ ਤਾਂ ਐਮਐਲਏ ਨੂੰ ਉਹਦੇ ਬਾਰੇ ਸਾਰੀ ਰਿਪੋਰਟ ਹੁੰਦੀ ਹੈ, ਮੰਨਦੇ ਹੋ ਇਸ ਗੱਲ ਨੂੰ? ਬਿਲਕੁਲ ਸਹੀ ਗੱਲ ਹੈ। ਮੈਂ ਵੀ ਪਿਛਲੇ 5 ਸਾਲਾਂ ਦੇ ਵਿੱਚ ਐਮਐਲਏ ਰਹੀ ਹਾਂ ਹਲਕਾ ਘਨੌਰ 'ਚ। ਮੈਨੂੰ ਕਿਤੇ ਦੱਸੋ ਵੀ ਕੋਈ ਨਜਾਇਜ਼ ਉੱਥੇ ਮਾਈਨਿੰਗ ਹੁੰਦੀ ਹੋਵੇ, ਕੋਈ ਨਜਾਇਜ਼ ਸ਼ਰਾਬ ਦੀ ਫੈਕਟਰੀ ਚੱਲੀ ਹੋਵੇ, ਕੋਈ 2 ਨੰਬਰ ਦੀ ਲੁੱਕ ਦਾ ਕੰਮ ਚੱਲਦਾ ਹੋਵੇ, ਕੋਈ ਤੇਲ ਦਾ ਕੰਮ ਚੱਲਦਾ ਹੋਵੇ। ਪਰ ਅੱਜ ਤੁਸੀਂ ਜਾ ਕੇ ਦੇਖੋ ਕਿ ਸ਼ੰਭੂ ਏਰੀਏ ਦੇ ਵਿੱਚ ਲੁੱਕ ਦਾ ਵੀ ਕੰਮ ਚੱਲ ਰਿਹਾ ਹੈ ਔਰ ਜਿਹੜਾ ਤੇਲ ਹੈ ਉਹਦਾ ਵੀ ਕੰਮ ਚੱਲ ਰਿਹਾ ਹੈ ਔਰ ਆ ਫੈਕਟਰੀ ਦਾ ਤਾਂ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਕਿ ਕਿੱਡੀ ਵੱਡੀ ਫੈਕਟਰੀ ਉੱਥੇ ਲਾਤੀ ਹੈ ਔਰ ਲੋਕਾਂ ਦੀ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਇੱਕ ਪਾਸੇ ਤਾਂ ਮਹਾਰਾਜਾ ਸਾਹਿਬ ਨੇ ਜਦੋਂ 2017 ਦੇ ਵਿੱਚ ਸਰਕਾਰ ਬਣਾਉਣੀ ਸੀ ਤਾਂ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜਾ ਨਸ਼ਾ 5-7 ਦਿਨਾਂ ਵਿੱਚ ਜਾਂ ਮਹੀਨੇ 'ਚ ਖਤਮ ਕਰ ਦੇਵਾਂਗੇ। ਪਰ ਉਹ ਨਸ਼ਾ ਖਤਮ ਕਿੱਥੋਂ ਹੋਣਾ ਸੀ? ਉਹਨਾਂ ਦੇ ਨੁਮਾਇੰਦੇ ਫੈਕਟਰੀਆਂ ਲਵਾਉਣੀਆਂ ਸ਼ੁਰੂ ਕਰਤੀਆਂ ਨੇ ਉਹਨਾਂ ਨੇ। ਅੱਜ ਤੁਸੀਂ ਜਾ ਕੇ ਦੇਖੋ, ਜਿਹੜਾ ਕਹਿੰਦੇ ਸੀ ਨਸ਼ਾ ਘਟੂਗਾ, ਉਹ ਬੇਹਿਸਾਬ ਨਸ਼ਾ ਵੱਧ ਗਿਆ। ਸਾਡੇ ਹਲਕਾ ਘਨੌਰ ਦੇ ਵਿੱਚ ਜਿਵੇਂ ਕਹਿੰਦੇ ਸੀ ਮਹਾਰਾਜ ਸਾਹਿਬ ਵੀ ਘਰ ਘਰ ਅਸੀਂ ਨੌਕਰੀ ਦੇਵਾਂਗੇ, ਪਰ ਇਹ ਘਰ ਘਰ ਦੇ ਵਿੱਚ ਜਿਹੜੀ ਇਹ ਸ਼ਰਾਬ ਹੈ ਉਹ ਦਿੱਤੀ ਜਾ ਰਹੀ ਸੀ। ਲੋਕ ਸਾਨੂੰ ਬੜੇ ਫੋਨ ਕਰਦੇ ਸੀ ਕਿ ਘਰ ਘਰ ਜਿਹੜੀ ਇਹ ਸ਼ਰਾਬ ਦੀ ਡਿਲੀਵਰੀ ਹੋ ਰਹੀ ਹੈ, ਪਰ ਜੇ ਪ੍ਰਸ਼ਾਸਨ ਨੂੰ ਕੋਈ ਗੱਲ ਕਹਿੰਦੇ ਸੀ ਉਹ ਇਸ ਗੱਲ ਨੂੰ ਮੰਨਦੇ ਨਹੀਂ ਸੀ। ਤੇ ਇੱਕ ਦੂਜੀ ਗੱਲ ਇਹ ਦੱਸੋ ਕਿ ਤੁਹਾਡੇ ਤੱਕ ਪਹਿਲਾਂ ਕੋਈ ਇਹਦੇ ਬਾਰੇ ਜਾਣਕਾਰੀ ਪਹੁੰਚੀ ਕਿ ਲੋਕਾਂ ਤੱਕ ਸ਼ਰਾਬ ਜਿਹੜੀ ਹੈ ਉਹ ਮਤਲਬ ਕਿ ਜਾਲੀ ਸ਼ਰਾਬ ਜਾਂ ਕਹਿ ਲਓ ਨਕਲੀ ਜਾਂ ਅੰਗਰੇਜ਼ੀ ਸ਼ਰਾਬ ਜਿਹੜਾ ਉਹਦੇ 'ਤੇ ਲੇਬਲ ਲਾ ਕੇ ਦਿੱਤੀ ਜਾ ਰਹੀ ਹੈ? ਬਿਲਕੁਲ ਲੋਕਾਂ ਨੂੰ ਹੈ ਸੀ ਵੀ ਜਿਹੜੀ ਇਹ ਸ਼ਰਾਬ ਹੈ ਇਹ ਲੋਕਾਂ ਵਿੱਚ ਵੰਡੀ ਜਾ ਰਹੀ ਹੈ। ਦੇਖੋ ਜਦੋਂ ਮੈਂ ਵੋਟਾਂ ਵੇਲੇ ਦੀ ਗੱਲ ਪੁੱਛਦਾ ਵੀ ਵੋਟਾਂ ਵੇਲੇ ਵੀ ਜਿਹੜੀ ਸ਼ਰਾਬ ਕੋਈ ਨਕਲੀ ਜਾਂ ਮਤਲਬ ਕਿ ਇਦਾਂ ਅੰਗਰੇਜ਼ੀ ਸ਼ਰਾਬ ਦਿੱਤੀ ਜਾਂਦੀ ਸੀ? ਐਮਪੀ ਦੀਆਂ ਚੋਣਾਂ ਵਿੱਚ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਇਲੈਕਸ਼ਨ ਲੜ ਰਹੇ ਸੀ, ਮੈਨੂੰ ਬੜੇ ਲੋਕਾਂ ਨੇ ਫੋਨ ਕੀਤਾ ਸੀ ਕਿ ਐਮਐਲਏ ਸਾਹਿਬ ਕੰਨੀ ਤੋਂ ਅੰਗਰੇਜ਼ੀ ਸ਼ਰਾਬ ਵੰਡੀ ਜਾ ਰਹੀ ਹੈ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜਿਹੜੀ ਸ਼ਰਾਬ ਹੈ ਇਹ ਇਸੇ ਫੈਕਟਰੀ ਦੀ ਸੀ ਜਿਹਦੇ ਉੱਤੇ ਇਹਨਾਂ ਨੇ ਨਜਾਇਜ਼ ਸ਼ਰਾਬ ਬਣਾ ਕੇ ਉਹਨਾਂ ਦੇ ਉੱਤੇ ਲੈਵਲ ਲਾ ਕੇ ਕੋਈ ਬਲੈਕ ਡੌਗ ਦਾ ਲਾਤਾ ਜਾਂ ਹੋਰ ਕਿੰਨੀ ਕਿਸਮ ਦੀ ਸ਼ਰਾਬ ਹੈ ਉਹਨਾਂ ਦੇ ਉਹ ਜਿਹੜੀ ਸ਼ਰਾਬ ਸੀ ਉਹ ਲੋਕਾਂ ਵਿੱਚ ਵੰਡੀ ਗਈ ਹੈ ਔਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਹੈਗਾ ਕਿ ਸਾਡੀ ਜਾਨ ਨਾਲ ਇਹ ਖਿਲਵਾੜ ਕੀਤਾ ਜਾ ਰਿਹਾ। ਇਹ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ ਜੀ। ਮੈਮ ਇਹ ਦੱਸੋ ਕਿ ਜਲਾਲਪੁਰ ਸਾਹਿਬ ਠੇਕੇਦਾਰ ਤੋਂ ਐਮਐਲਏ ਤੱਕ ਕਿਵੇਂ ਪਹੁੰਚ ਗਏ, ਕਿਵੇਂ ਉਹਨਾਂ ਦਾ ਬਿਜ਼ਨਸ ਤੁਸੀਂ ਕਹਿੰਦੇ ਹੋ ਕਿ ਕਾਫੀ ਹੱਦ ਤੱਕ ਵੱਧ ਗਿਆ? ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਹੈ, ਤੁਹਾਡੇ ਵਿਰੋਧੀ ਨੇ। ਦੇਖੋ ਜਲਾਲਪੁਰ ਸਾਹਿਬ ਪਹਿਲਾਂ ਇੱਕ ਆਮ ਜ਼ਿਮੀਂਦਾਰ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਠੇਕਾ ਵੀ ਸ਼ੁਰੂ ਕੀਤਾ। ਠੇਕੇ ਸ਼ੁਰੂ ਕਰਨ ਤੋਂ ਬਾਅਦ ਉਹ ਫਿਰ ਆਜ਼ਾਦ ਉਮੀਦਵਾਰ ਬਣ ਗਏ ਸੀ। ਉਸ ਸਮੇਂ ਉਹਨਾਂ ਦਾ ਬਹੁਤਾ ਦਾ ਨਹੀਂ ਸੀ ਲੱਗ ਸਕਿਆ ਕਿਉਂਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਔਰ ਹੁਣ ਜਦੋਂ ਇਹ 2017 ਦੇ ਵਿੱਚ ਜਿੱਤੇ ਨੇ ਇਹਨਾਂ ਨੇ ਨਾਲ ਦੀ ਨਾਲ ਮਾਈਨਿੰਗ ਦਾ ਕੰਮ ਸ਼ੁਰੂ ਕਰਤਾ। ਜੇ ਤੁਸੀਂ ਜਾ ਕੇ ਦੇਖੋ ਨਾ ਸ਼ੰਭੂ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਲੋਕਾਂ ਤੋਂ ਜ਼ਮੀਨ ਲੈ ਲੈਂਦੇ ਨੇ ਵੀ ਤੁਹਾਡੀ ਜ਼ਮੀਨ ਪੱਟਣੀ ਹੈ ਕਿਉਂਕਿ ਜਿਹੜਾ ਜ਼ਿਮੀਂਦਾਰ ਆ ਤੁਹਾਨੂੰ ਪਤਾ ਕਰਜ਼ੇ ਹੇਠ ਦੱਬਿਆ ਹੋਇਆ। ਉਹ ਲੋਕ ਆਪਣੀ ਜ਼ਮੀਨ ਪਟਵਾਉਣ ਵਾਸਤੇ ਇਹਨਾਂ ਨੂੰ 2-2 3 ਫੁੱਟ ਜਗ੍ਹਾ ਦੇ ਦਿੰਦੇ ਨੇ। ਪਰ ਇਹ ਇਹੋ ਜਿਹਾ ਕੰਮ ਕਰਦੇ ਨੇ ਕਿ ਉੱਥੇ 30-30 35-35 ਫੁੱਟ ਜਿਹੜੀ ਜ਼ਮੀਨ ਆ ਪੱਟ ਕੇ ਸ਼ਰੇਆਮ ਮੱਟੀ ਵੇਚਦੇ ਨੇ। ਔਰ ਪਿੱਛੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਜਦੋਂ ਇੱਕ ਵਾਰੀ ਇਹਨਾਂ ਨੇ ਜਿਹੜਾ ਮਾਈਨਿੰਗ ਦਾ GM ਸੀ ਉਹਨਾਂ ਨੂੰ ਵੀ ਬਹੁਤ ਕੁੱਟਿਆ ਸੀ, ਪਰ ਉਹ ਸਾਰਾ ਸਰਕਾਰ ਇਹਨਾਂ ਦੀ ਹੋਣ ਕਰਕੇ ਪਰਚਾ ਵੀ ਸਗੋਂ ਮੈਨੂੰ ਲੱਗਦਾ GM ਦੇ ਉੱਤੇ ਹੋਇਆ ਸੀ, ਇਹਨਾਂ ਦੇ ਬੰਦਿਆਂ ਤੇ ਕੋਈ ਨਹੀਂ ਕਿਉਂਕਿ ਇਹ ਇਸੇ ਕਰਕੇ ਕਿਸੇ ਨੂੰ ਉੱਥੇ ਮਿੱਟੀ ਨਹੀਂ ਪੱਟਣ ਦਾ ਹੁਕਮ ਹੈਗਾ। ਹੁਣ ਵੀ ਜਦੋਂ ਬਠਾਉਣੀਆਂ ਦੇ ਵਿੱਚ ਜਦੋਂ ਲੋਕਡਾਊਨ ਸੀ ਮੈਂ ਲੋਕਾਂ ਨੇ ਮੈਨੂੰ ਸੁਨੇਹਾ ਦਿੱਤੇ ਵੀ ਬੀਬੀ ਜੀ ਇੱਥੇ ਮਾਈਨਿੰਗ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ। ਪਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਵੀ ਇੱਥੇ ਮਾਈਨਿੰਗ ਦਾ ਕੰਮ ਚੱਲ ਰਿਹਾ, ਪਰ ਉਹ ਪਤਾ ਪ੍ਰਸ਼ਾਸਨ ਵਾਲੇ ਕੀ ਕਹਿੰਦੇ, ਨਹੀਂ ਜੀ ਇਹ ਤਾਂ ਇਹਨਾਂ ਨੇ ਪਰਮਿਸ਼ਨਾਂ ਲਈਆਂ ਹੋਈਆਂ ਨੇ, ਜਦੋਂ ਕਿ ਕੋਈ ਰਿਐਲਿਟੀ ਨਹੀਂ ਭਰੀ ਹੋਈ ਇਹਨਾਂ ਨੇ, ਕੋਈ ਕੁਛ ਨਹੀਂ ਹੈਗੀ ਕਿਉਂਕਿ ਇਹਨਾਂ ਦਾ ਰੋਹਬ ਇੰਨਾ ਪਾਇਆ ਹੋਇਆ, ਇਹਨਾਂ ਨੇ ਸਾਰੇ ਲੋਕਾਂ ਨੂੰ ਇਹਨਾਂ ਨੇ ਡਰਾਇਆ ਹੋਇਆ। ਹੋਰ ਕਿਹੜਾ ਕਿਹੜਾ ਕਾਰੋਬਾਰ ਚੱਲਦਾ ਜਲਾਲਪੁਰ ਦਾ ਜਿਹੜਾ ਤੁਸੀਂ ਤੁਹਾਡੀ ਜਾਣਕਾਰੀ ਦੇ ਵਿੱਚ ਹੋਵੇ ਕਿ ਐਮਐਲਏ ਬਣਨ ਤੋਂ ਬਾਅਦ ਇੰਨਾ ਜ਼ਿਆਦਾ ਪ੍ਰਫੁੱਲਤ ਹੋ ਗਏ? ਦੇਖੋ ਜਿਹੜਾ ਤੇਲ ਦਾ ਕੰਮ ਚੱਲ ਰਿਹਾ, ਫਿਰ ਉਸ ਤੋਂ ਬਾਅਦ ਜਿਹੜੀ ਲੁੱਕ ਹੈ ਉਹ 2 ਨੰਬਰ ਦੀ ਲੁੱਕ ਹੁੰਦੀ ਹੈ, ਉਹ ਤੁਸੀਂ ਰਾਜਗੜ੍ਹ ਦੇ ਕੋਲ ਇਹਨਾਂ ਨੇ ਉੱਥੇ ਲਾ ਕੇ ਟੀਨਾ ਵਾਲੇ ਦਾਲੇ ਉੱਥੇ ਚੱਲ ਰਿਹਾ ਕੰਮ।
ਕਿਹੜਾ ਕੰਮ ਆ ਜਿਹੜਾ ਨਹੀਂ ਇਹਨਾਂ ਨੇ ਕੀਤਾ ਹੈਗਾ। ਸੋ ਇਸ ਕਰਕੇ ਕੋਈ ਹੋਟਲਾਂ ਦਾ ਕਾਰੋਬਾਰ ਵੀ ਚੱਲਦਾ? ਦੇਖੋ ਮੈਂ ਸੁਣਿਆ ਵੀ ਇਹਨਾਂ ਦਾ ਹੋਟਲਾਂ ਦਾ ਵੀ ਕਾਰੋਬਾਰ ਹੈਗਾ, ਕਈ ਜਗ੍ਹਾ ਇਹਨਾਂ ਨੇ ਹੋਟਲ ਵੀ ਬਣਾਏ ਹੋਏ ਨੇ। ਦੇਖੋ ਇੱਕ ਆਮ ਜ਼ਿਮੀਂਦਾਰ ਆ, ਮੈਂ ਵੀ ਜ਼ਿਮੀਂਦਾਰ ਪਰਿਵਾਰ ਵਿੱਚੋਂ, ਜੇ ਮੈਂ ਕਹਾਂ ਮੇਰੇ ਕੋਲ 25-30 ਕਿੱਲੇ ਜ਼ਮੀਨ ਦੇ ਨੇ, ਮੈਂ ਕਿੱਥੋਂ ਐਡਾ ਵੱਡਾ ਕੰਮ ਕਰ ਲੂੰਗੀ, ਮੈਂ ਕਿੱਥੋਂ ਐਡਾ ਵੱਡਾ ਮਹਿਲ ਪਾ ਲੂੰਗੀ। ਤੁਸੀਂ ਉਹਨਾਂ ਦੇ ਘਰ ਜਾ ਕੇ ਦੇਖੋ ਕਿੱਡਾ ਵੱਡਾ ਮਹਿਲ ਪਾਇਆ ਹੋਇਆ ਉਹਨਾਂ ਨੇ। ਇਹ ਕੋਈ ਆਮ ਗੱਲ ਨਹੀਂ ਹੈਗੀ। ਇਹ ਸਾਰੇ ਜਿਹੜਾ ਬੰਦਾ ਨਜਾਇਜ਼ ਪੈਸਾ ਵਰਤਦਾ ਉਹੀ ਇਹ ਕੰਮ ਕਰ ਸਕਦਾ। ਜਦੋਂ ਹੱਕ ਹਲਾਲ ਦੀ ਕਮਾਈ ਹੁੰਦੀ ਆ ਨਾ, ਤਾਂ ਉਹ ਨਹੀਂ ਆਪਣਾ ਪੈਸਾ ਖਰਚ ਕਰ ਸਕਦਾ। ਉਹਨੂੰ ਪਤਾ ਹੁੰਦਾ ਵੀ ਮੈਂ 10 ਨੌਹਾਂ ਦੀ ਕਿਰਤ ਕੀਤੀ ਹੋਈ ਹੈ। ਸੋ ਇਸ ਕਰਕੇ ਇਹ ਜਿਹੜੇ MLA ਸਾਹਿਬ ਨੇ, ਜਿੰਨਾ ਇਹਨਾਂ ਨੇ ਲੁੱਟ ਮਚਾਈ ਹੋਈ ਹੈ, ਮੈਨੂੰ ਲੱਗਦਾ ਕਿਸੇ ਵੀ ਹਲਕੇ 'ਚ ਲੁੱਟ ਨਹੀਂ ਮਚਾਈ ਹੋਈ। ਵੈਸੇ ਤਾਂ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਤੁਸੀਂ ਦੇਖਦੇ ਹੋ, ਖੰਨੇ ਕੋਲ ਸ਼ਰਾਬ ਫੈਕਟਰੀ ਫੜੀ ਗਈ ਜਿਹੜੀ ਨਜਾਇਜ਼ ਚੱਲ ਰਹੀ ਸੀ। ਹੋਰ ਕਿੰਨੇ ਕਾਰੋਬਾਰ ਨੇ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਜਾਂ MLA ਸਾਰੇ ਰਲ ਕੇ ਕਰਦੇ ਨੇ। ਪਰ ਸਾਡੀ ਜਲਾਲਪੁਰ ਸਾਹਿਬ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੇ ਵੀ ਮੈਂ ਇਹਦੇ ਵਿੱਚ ਬਿਲਕੁਲ ਲਿਪਤ ਨਹੀਂ, ਨਾ ਹੀ ਮੇਰਾ ਜਿਹੜਾ ਨਜ਼ਦੀਕੀ ਹੈ ਅਮਰੀਕ ਸਿੰਘ ਸਰਪੰਚ ਹੈ, ਨਾ ਹੀ ਉਹ ਲਿਪਤ। ਤੁਸੀਂ ਕੀ ਕਹੋਗੇ ਤੇ? ਮੇਰੀ ਗੱਲ ਸੁਣੋ, ਜਦੋਂ ਅਮਰੀਕ ਸਿੰਘ ਹੈ ਜਿਹੜਾ, ਉਹ ਪਿੰਡ ਦਾ ਸਰਪੰਚ ਹੈ ਔਰ ਉਹਦੀ ਵਾਈਫ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਹੈ। ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਬੰਦਾ MLA ਸਾਹਿਬ ਦਾ ਖਾਸਮ ਖਾਸ ਹੁੰਦਾ ਹੈ, ਕਿਉਂਕਿ 40-50 ਪਿੰਡ ਦਾ ਉਹ ਮੋਹਤਬਰ ਹੁੰਦਾ ਹੈ। ਅਮਰੀਕ ਸਿੰਘ ਉਹਨਾਂ ਦਾ ਖਾਸ ਬੰਦਾ ਹੈ, ਉਹਦੇ ਕੋਲ ਪਾਈਪਾਂ ਦੀ ਫੈਕਟਰੀ ਹੈ। ਉਸ ਫੈਕਟਰੀ ਦੇ ਆੜ ਦੇ ਵਿੱਚ ਸ਼ਰਾਬ ਦਾ ਵੀ ਕੰਮ ਚੱਲਦੇ ਨੇ ਔਰ ਉਹਨੇ ਠੇਕੇ ਲਏ ਨੇ। ਠੇਕੇ ਕਿਉਂ ਲਏ ਹੋਏ ਨੇ? ਉਹ ਤਾਂ ਉਹਨੇ ਇੱਕ ਲੋਕ ਦਿਖਾਵਾ ਕੀਤਾ ਹੋਇਆ ਵੀ ਅਸੀਂ ਠੇਕੇ ਲੈ ਕੇ ਅਸੀਂ ਸ਼ਰਾਬ ਜਿਹੜੀ ਠੇਕਿਆਂ ਦੇ ਕਰ ਰਹੇ ਹਾਂ। ਪਰ ਇਹ ਸਾਰੀ ਜਿਹੜੀ ਸ਼ਰਾਬ ਹੈ ਇਹ ਅਮਰੀਕ ਸਿੰਘ ਔਰ ਇਹਦੇ ਨਾਲ ਜਿੰਨੇ ਵੀ ਬੰਦੇ ਨੇ, ਉਹ ਥੂਹੇ ਦਾ ਬੰਦਾ ਇੱਕ ਰਾਜਪੁਰੇ ਦੇ ਆੜਤੀ ਆ, ਉਹ ਆੜਤੀ ਦੀ ਗੱਲ ਸੁਣ ਲਓ ਤੁਸੀਂ। ਪਿਛਲੇ ਸਾਲ ਆੜਤੀ ਕੋਲੋਂ 1000 ਪੇਟੀ ਸ਼ਰਾਬ ਦੀ ਫੜੀ ਗਈ ਸੀ ਭੋਗਲਾ ਰੋਡ ਤੇ। ਉਹ ਵੀ ਇਹਨਾਂ ਨੇ ਇੱਦਾਂ ਹੀ ਚੁੱਪਚਾਪ ਖਤਮ ਕਰਤੀ, ਕੋਈ ਪਰਚਾ ਨਹੀਂ ਹੋਇਆ ਉਹਦੇ ਤੇ। ਜਦੋਂ ਅਸੀਂ ਲੋਕ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਸ਼ਹਿਹਾਂ ਦੇਵਾਂਗੇ ਤਾਂ ਉਹੋ ਜਿਹਾ ਕੰਮ ਲੋਕ ਜ਼ਰੂਰ ਕਰਨਗੇ। ਮੈਨੂੰ ਤਾਂ 100% ਵਿਸ਼ਵਾਸ ਹੈ ਵੀ ਇਹ ਜਿਹੜੀ ਫੈਕਟਰੀ, ਇਹ ਨਜਾਇਜ਼ ਫੈਕਟਰੀ ਲੱਗੀ ਹੈ, ਇਹਦੇ ਵਿੱਚ MLA ਸਾਹਿਬ ਦਾ ਪੂਰਾ ਆਸ਼ੀਰਵਾਦ ਹੈ ਜੀ। ਸੋ ਸਾਡੇ ਨਾਲ ਸਨ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਕ ਠੇਕੇਦਾਰ ਤੋਂ MLA ਤੱਕ ਮਦਨ ਲਾਲ ਜਲਾਲਪੁਰ ਪਹੁੰਚੇ। ਇਲਜ਼ਾਮ ਇਹੀ ਲਗਾ ਰਹੇ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਇਸ ਲਈ ਇਲਜ਼ਾਮ ਜਿਹੜੇ ਵਿਰੋਧੀ ਲਗਾਉਂਦੇ ਰਹਿੰਦੇ ਨੇ। ਇਹ ਕਹਿ ਰਹੇ ਨੇ ਕਿ ਜਿਹੜਾ ਜਲਾਲਪੁਰ ਸਾਹਿਬ ਨੇ ਉਹ ਇਸ ਸਾਰੇ ਦੇ ਵਿੱਚ ਜਿਹੜਾ ਆ ਉਹ ਕਿਤੇ ਨਾ ਕਿਤੇ ਸ਼ਮੂਲੀਅਤ ਉਹਨਾਂ ਦੀ ਸਾਹਮਣੇ ਆ ਸਕਦੀ ਹੈ ਜਦੋਂ ਜਾਂਚ ਹੋਵੇਗੀ। ਹਾਲਾਂਕਿ ਜਾਂਚ ਦਾ ਵਿਸ਼ਾ ਅੱਗੇ ਜਾ ਕੇ ਕੀ ਕੁਝ ਸਾਹਮਣੇ ਆਉਂਦਾ, ਅਸੀਂ ਇਹਦੇ ਬਾਰੇ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ। ਤੁਸੀਂ ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰ ਖਬਰ ਪਹੁੰਚੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁਖਵਿੰਦਰ ਸਿੰਘ, D5 ਚੈਨਲ ਪੰਜਾਬੀ, ਪਟਿਆਲਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।